ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਮੱਤੇਵਾੜਾ ਪ੍ਰੋਜੈਕਟ ਅਤੇ ਰਾਘਵ ਚੱਡਾ ਨੂੰ ਚੇਅਰਮੈਨੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਉੱਘੇ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਹਮੀਰ ਜੀ, ਲੁਧਿਆਣਾ ਜ਼ਿਲ੍ਹੇ ਅਧੀਨ ਪੈਂਦੇ ਮੱਤੇਵਾੜਾ ਜੰਗਲਾਂ ਦੇ ਵਿੱਚ ਇੱਕ ਜਿਹੜਾ ਹੈਗਾ ਟੈਕਸਟਾਈਲ ਪਾਰਕ ਬਣਾਉਣ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇੱਕ ਵਿਵਾਦ ਚੱਲਦਾ ਆ ਰਿਹਾ ਸੀ, ਜੋ ਕਿ ਵਿਵਾਦ ਵੱਧਦੇ ਵੱਧਦੇ ਕੱਲ੍ਹ ਇੱਕ ਵੱਡੇ ਸੰਘਰਸ਼ ਦਾ ਰੂਪ ਵੀ ਧਾਰਨ ਕਰ ਗਿਆ, ਜਦੋਂ ਵੱਡੀ ਗਿਣਤੀ 'ਚ ਸਿਆਸੀ ਆਗੂ, ਸਮਾਜਿਕ ਆਗੂ, ਵਾਤਾਵਰਨ ਪ੍ਰੇਮੀ ਉੱਥੇ ਇਕੱਠੇ ਹੋਏ ਅਤੇ ਇਸ ਟੈਕਸਟਾਈਲ ਪਾਰਕ ਦਾ ਵਿਰੋਧ ਕੀਤਾ। ਆਖਿਰਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਗਿਆ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਇਹ ਪੂਰਾ ਮਾਮਲਾ ਕੀ ਹੈ, ਇਹ ਪ੍ਰੋਜੈਕਟ ਕੀ ਸੀਗਾ ਅਤੇ ਇਹ ਵਿਵਾਦ ਕੀ ਛਿੜਿਆ ਅਤੇ ਹੁਣ ਮੁੱਖ ਮੰਤਰੀ ਦਾ ਐਲਾਨ ਕੀ ਹੈ। ਅਸਲ 'ਚ ਹੁਣ ਵੀ ਚਲੋ ਵਾਪਸ ਲਿਆ ਤਾਂ ਇੱਕ ਸਵਾਗਤਯੋਗ ਕਦਮ ਹੈ, ਸਰਕਾਰ ਨੇ ਵਾਪਸ ਲਿਆ। ਪਰ ਮਾਮਲਾ ਇਹ ਹੈ ਕਿ ਪਿਛਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ 21 ਸਤੰਬਰ 2020 ਨੂੰ ਜਦ ਕਰੋਨਾ ਦਾ ਦੌਰ ਮਤਲਬ ਚੱਲ ਰਿਹਾ ਸੀ, ਉਸ ਸਮੇਂ ਸਰਕਾਰ ਨੇ ਜ਼ਬਰਦਸਤੀ ਉਹ ਜਿਹੜੀ ਜ਼ਮੀਨ ਅਕਵਾਇਰ ਕੀਤੀ 955 ਏਕੜ, ਜਿਸ 'ਚੋਂ 425 ਏਕੜ ਜ਼ਮੀਨ ਸੀਗੀ ਉਹ ਇੱਕ ਪਿੰਡ ਸੇਖੋਵਾਲ ਪਿੰਡ ਦੀ, ਜਿਹੜਾ ਟੋਟਲੀ ਦਲਿਤ ਪਿੰਡ ਹੈ, ਦਲਿਤ ਪਰਿਵਾਰਾਂ ਦਾ, ਜਿਹਦੇ ਕੋਲ ਆਪਣੀ ਕੋਈ ਜ਼ਮੀਨ ਨਹੀਂ। ਮਾਝੇ ਤੋਂ ਆ ਕੇ ਉਹਨਾਂ ਨੇ ਆਬਾਦ ਕੀਤੀ, ਲੰਮਾ ਸਮਾਂ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਿਆ ਅਤੇ ਸ਼ਾਮਲਾਟ ਜ਼ਮੀਨ ਨੂੰ ਸ਼ਾਮਲਾਟ ਕਰਵਾਇਆ, ਜਿਹੜੇ ਲੋਕ ਦੱਬ ਰਹੇ ਸੀ ਇਹਦੀ ਬਜਾਏ। ਉਦੋਂ ਬਾਅਦ ਜਦੋਂ ਜ਼ਮੀਨ ਹਾਸਲ ਕਰ ਲਈ ਗਈ ਤਾਂ ਉਹਨਾਂ ਲੋਕਾਂ ਨੇ ਮਤਲਬ ਪੰਚਾਇਤ ਨੂੰ ਲੈ ਕੇ, ਸਰਪੰਚ ਵੀ ਅਨਪੜ੍ਹ ਹੈ, ਬੀਬੀ ਹੈ ਇੱਕ ਲੇਡੀ, ਉਹਨੂੰ ਕਹਿੰਦੀ ਮੈਨੂੰ ਤਾਂ ਦੱਸਿਆ ਨਹੀਂ, ਮੈਨੂੰ ਤਾਂ ਕਹਿੰਦੇ ਸੀ ਇੱਥੇ ਕੋਈ ਪਾਰਕ ਬਣਾਵਾਂਗੇ। ਉਹਨੂੰ ਲੱਗਿਆ ਜਿਵੇਂ ਆਮ ਪਾਰਕ ਕੋਈ ਛੋਟਾ ਜਿਹਾ ਜਿਵੇਂ ਵੀ ਬਣਾ ਦਈਦਾ। ਸਭ ਚੀਜ਼ਾਂ ਨੇ ਕਈ ਵਾਰ ਸਮਝ ਵੀ ਨਹੀਂ ਆਉਂਦੀਆਂ। ਸ਼ਾਮ ਨੂੰ 7 ਵਜੇ ਲੈ ਕੇ ਗਏ, ਰਾਤ ਨੂੰ ਦਫ਼ਤਰ ਖੋਲ੍ਹ ਕੇ ਤਹਿਸੀਲਦਾਰ ਦੇ ਦਫ਼ਤਰ 'ਚ ਰਜਿਸਟਰੀ ਹੋਈ ਅਤੇ ਸਾਰਾ ਕੁਛ ਹੋਇਆ। ਫਿਰ ਉਹਨਾਂ ਨੇ ਵਿਰੋਧ ਕੀਤਾ, ਜਦੋਂ ਉਹਨਾਂ ਨੂੰ ਲੱਗਿਆ ਵੀ ਅਸੀਂ ਤਾਂ ਸਾਰੇ ਹੀ ਉੱਜੜ ਜਾਵਾਂਗੇ। ਉਹ ਮੱਝਾਂ ਮੁੱਝਾਂ ਰੱਖ ਕੇ ਉਹ ਠੇਕੇ 'ਤੇ ਲੈ ਕੇ ਗੁਜ਼ਾਰਾ ਕਰਦੇ ਨੇ ਜੀ। ਉਹਨਾਂ ਨੇ ਫਿਰ ਇੱਕ ਆਪਦੀ ਐਜੀਟੇਸ਼ਨ ਵੀ ਸ਼ੁਰੂ ਕੀਤੀ ਅਤੇ 3 ਮੁਕੱਦਮੇ ਵੀ ਪਾਏ ਵੱਖ-ਵੱਖ ਕਚਹਿਰੀਆਂ 'ਚ ਇਸੇ ਤਰੀਕੇ ਨਾਲ ਵੀ। ਇੱਕ ਤਾਂ ਗਲਤ ਸੂਚਨਾ ਦੇ ਆਧਾਰ 'ਤੇ ਸਾਡੇ ਤੋਂ ਮਤਾ ਪਵਾ ਲਿਆ ਜਾਂ ਬਾਕੀ ਚੀਜ਼ਾਂ ਜਿਹੜੀਆਂ ਨੇ, ਪਰ ਬਹੁਤੀ ਨਹੀਂ ਇਹ ਮੰਗ ਅਜੇ ਉਸ ਲੈਵਲ 'ਤੇ। ਫਿਰ ਉਹਨਾਂ ਨੇ ਗ੍ਰਾਮ ਸਭਾ ਬਣਾਉਣ ਦੀ ਟਰਾਈ ਕੀਤੀ ਉਦੋਂ ਹੀ, ਜਿੰਨੇ ਕਿ ਪਿੰਡ 'ਚ 60 ਘਰ ਨੇ ਅਤੇ 200 ਪੁਲਿਸ ਵਾਲਾ ਲਾਤਾ ਉੱਥੇ, ਅਤੇ ਨਹੀਂ ਜੀ ਕਰੋਨਾ, ਜੇ ਬਾਹਰ ਨਿਕਲੋਗੇ ਕਰੋਨਾ ਦਾ ਪਰਚਾ ਦਰਜ ਹੋ ਜਾਊਗਾ, ਉਹਦੇ 'ਚ ਵੀ ਮਤਲਬ ਜ਼ਬਰਦਸਤੀ ਹੋ ਗਿਆ। ਚਲੋ ਇੰਤਕਾਲ ਵੀ ਹੋ ਗਿਆ, ਰਜਿਸਟਰੀ ਵੀ ਹੋ ਗਈ। ਪਰ ਫਿਰ ਇੱਕ ਕੁਝ ਸੱਜਣ ਜਿਹੜੇ ਨੇ ਵਾਤਾਵਰਨ ਪ੍ਰੇਮੀ, ਉਹਨਾਂ ਨੇ ਉਹਨੂੰ ਐਂਗਲ ਉਹ ਦਿੱਤਾ ਕਿ ਇਹ ਸਤਲੁਜ ਦੇ ਕੰਢੇ 'ਤੇ ਹੈ ਅਤੇ ਮੱਤੇਵਾੜਾ ਦਾ 4200 ਏਕੜ ਦਾ ਜਿਹੜਾ ਜੰਗਲ ਹੈ ਉਹ ਵੀ ਇਹਦੇ ਨਾਲ ਪ੍ਰਭਾਵਿਤ ਹੋਏਗਾ ਜੀ। ਜੇ ਇੱਥੇ ਟੈਕਸਟਾਈਲ ਇੰਡਸਟਰੀ ਲੱਗਦੀ ਹੈ, ਉਹਦੀ ਖਾਸ ਤੌਰ 'ਤੇ ਡਾਇੰਗ ਇੰਡਸਟਰੀ ਜਿਹੜੀ ਉਹਦੇ ਨਾਲ ਸੰਬੰਧਿਤ ਹੁੰਦੀ ਹੈ, ਉਹ ਬਹੁਤ ਪ੍ਰਦੂਸ਼ਣ ਪੈਦਾ ਕਰਦੀ ਹੈ। ਇਹਦੇ ਨਾਲ ਪਾਣੀ ਵੀ ਪ੍ਰਦੂਸ਼ਿਤ ਹੋਏਗਾ ਅਤੇ ਟੋਟਲ ਬਨਸਪਤੀ ਅਤੇ ਜਿਹੜਾ ਜੀਵ ਜੰਤੂ ਉਹਦੇ 'ਚ ਰਹਿੰਦਾ ਉਹ ਪ੍ਰਭਾਵਿਤ ਹੋਏਗਾ। ਫਿਰ ਵੀ ਉਹ ਚਲਦੀ ਮੁਹਿੰਮ ਲਗਾਤਾਰ ਕੰਟੀਨਿਊ ਕਰ ਰਹੀ ਹੈ 2 ਸਾਲ ਤੋਂ। ਪਰ ਉਹਨੂੰ ਹੁਲਾਰਾ ਉਦੋਂ ਮਿਲਿਆ ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਜਟ ਪੇਸ਼ ਕੀਤਾ। ਬਜਟ ਭਾਸ਼ਣ ਦੇ ਵਿੱਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਉੱਥੇ ਟੈਕਸਟਾਈਲ ਬਣਾਵਾਂਗੇ, ਪਾਰਕ ਬਣਾਵਾਂਗੇ ਜੀ। ਉਹਨਾਂ ਨੂੰ ਫਿਰ ਇਹ ਲੱਗਿਆ ਲੋਕਾਂ ਨੂੰ ਵੀ ਤੁਸੀਂ ਤਾਂ ਸਗੋਂ ਉੱਥੇ ਜਾਂਦੇ ਸੀ ਪਹਿਲਾਂ। ਭਗਵੰਤ ਮਾਨ ਵੀ ਮੈਂਬਰ ਪਾਰਲੀਮੈਂਟ ਦੇ ਤੌਰ 'ਤੇ, ਪਾਰਟੀ ਦੇ ਪ੍ਰਧਾਨ ਦੇ ਤੌਰ 'ਤੇ ਉੱਥੇ ਗਏ ਜੀ। ਈਵਨ ਹਰਪਾਲ ਚੀਮਾ, ਆਪਣੇ ਕੁਲਤਾਰ ਸਿੰਘ ਸੰਧਵਾਂ ਅਤੇ ਬੀਬੀ ਮਾਣੂ ਕੇ, ਇਹ ਸਾਰੇ ਉੱਥੇ ਜਾ ਕੇ ਕਹਿ ਕੇ ਆਏ ਵੀ ਆਪੋਜੀਸ਼ਨ ਦੇ ਤੌਰ 'ਤੇ ਕਿ ਇਹਨੂੰ ਅਸੀਂ ਨਹੀਂ ਬਣ ਦਿਆਂਗੇ ਜੀ। ਵੀ ਫਿਰ ਤੁਹਾਡੀ ਤਜਵੀਜ਼ 'ਚ ਕਿਵੇਂ ਆ ਗਈ? ਫਿਰ ਉਹਨਾਂ ਨੇ ਸੱਦਾ ਦਿੱਤਾ 10 ਤਰੀਕ ਨੂੰ, ਕੱਲ੍ਹ ਹੀ ਹੈ ਜੇ, ਬਹੁਤ ਵੱਡੇ ਪੱਧਰ 'ਤੇ ਪੰਜਾਬ 'ਚੋਂ ਇਕੱਠ ਹੋਇਆ। ਹਰ ਟਾਈਪ ਦੀ ਜਥੇਬੰਦੀ, ਆਮ ਆਦਮੀ ਪਾਰਟੀ ਨੂੰ ਛੱਡ ਕੇ ਮਤਲਬ ਮੇਨ ਸਾਰੀਆਂ ਵਿਰੋਧੀ ਪਾਰਟੀਆਂ ਅਤੇ ਸਾਰੀਆਂ ਕਿਸਾਨ ਜਥੇਬੰਦੀਆਂ, ਹੋਰ ਗੈਰ ਸਰਕਾਰੀ ਜਥੇਬੰਦੀਆਂ, ਵੱਖ-ਵੱਖ ਟਾਈਪ ਦੇ ਇੰਟਲੈਕਚੁਅਲ ਸਭ ਟਾਈਪ ਦੇ ਲੋਕ ਗਏ ਜੀ। ਅਤੇ ਮੈਨੂੰ ਲੱਗਦਾ ਉਹ ਪ੍ਰੈਸ਼ਰ ਗੌਰਮੈਂਟ ਨੂੰ ਲੱਗਿਆ ਕਿ ਸਾਡਾ ਇਹ ਹੁਣ ਠੀਕ ਨਹੀਂ ਹੈ, ਸਾਡੇ ਖਿਲਾਫ ਜਾ ਰਹੀ ਹੈ, ਅਤੇ ਇਸ ਲਈ ਮੁੱਖ ਮੰਤਰੀ ਨੇ ਮੀਟਿੰਗ ਕੀਤੀ ਉਹਨਾਂ ਨਾਲ। ਜਿਹੜੇ ਉਹ ਫਿਰ ਸਾਰੀਆਂ ਜਥੇਬੰਦੀਆਂ ਮਿਲ ਕੇ ਇੱਕ ਉਹਨਾਂ ਨੇ ਸਾਂਝੀ ਕਮੇਟੀ ਬਣਾ ਲਈ ਸੀ, ਜਿਹਦਾ ਨਾਂ ਪਬਲਿਕ ਐਕਸ਼ਨ ਕਮੇਟੀ ਰੱਖਤਾ ਸੀ ਜੀ। ਅਤੇ ਉਹ ਗਰੁੱਪ ਮਤਲਬ ਇਹ ਫਿਰ ਐਂ ਲੱਗਦਾ ਸੀ ਜਿਵੇਂ ਕਿਸਾਨ ਅੰਦੋਲਨ ਵਾਂਗੇ ਸਾਰੇ ਲੋਕ ਇਕੱਠੇ ਹੋ ਰਹੇ ਨੇ ਇੱਕੋ ਮੂਵਮੈਂਟ 'ਤੇ। ਅਤੇ ਇਹ ਉਹਨਾਂ ਨਾਲ ਜਿਹੜੀ ਗੱਲਬਾਤ ਹੋਈ ਆ, ਉਹਨੂੰ ਕਿਹਾ ਗਿਆ ਕਿ ਰੱਦ। ਅੱਜ ਉਦੋਂ ਬਾਅਦ ਅੰਮ੍ਰਿਤਸਰ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਚੀਫ ਮਿਨਿਸਟਰ ਨੇ ਵੀ ਕਿਹਾ ਕਿ ਹਾਂ ਅਸੀਂ ਉੱਥੇ ਨਹੀਂ ਬਣਾਵਾਂਗੇ ਟੈਕਸਟਾਈਲ ਪਾਰਕ ਲਈ, ਕੋਈ ਹੋਰ ਦੇਖਾਂਗੇ ਜਾਂ ਬਾਕੀ ਦੀਆਂ ਚੀਜ਼ਾਂ ਨੇ। ਅਤੇ ਹੁਣ ਸਵਾਲ ਇਹੀ ਹੈ ਕਿ ਉਹ ਇੱਕ ਲੋਕਾਂ ਦੇ ਮਾਮਲੇ 'ਚ ਇੱਕ ਜੱਚ ਗਈ ਗੱਲ ਹੈ, ਇੱਕ ਅੰਦੋਲਨ ਹੋਇਆ ਅਤੇ ਉਹ ਵਾਪਸ ਹੋ ਗਿਆ, ਠੀਕ ਗੱਲ ਹੋ ਗਈ ਹੈ। ਇੱਕ ਵਾਤਾਵਰਨ ਦਾ ਵੱਡਾ ਮੁੱਦਾ, ਦੁਨੀਆ ਪੱਧਰ ਦਾ ਮੁੱਦਾ ਵੀ ਹੈ, ਦੇਸ਼ ਦਾ ਮੁੱਦਾ ਵੀ ਹੈ, ਬਾਕੀ ਵੀ ਹੈ। ਪਰ ਇਹਦੇ ਨਾਲ ਹੋਰ ਚੀਜ਼ਾਂ ਵੀ ਕਈ ਜੁੜੀਆਂ ਹੋਈਆਂ ਨੇ, ਜਿਹਦੇ 'ਚ ਜ਼ਮੀਨ ਦਾ ਮੁੱਦਾ ਜੁੜਿਆ ਹੋਇਆ, ਲੋਕਾਂ ਦੀ ਰੋਜੀ ਰੋਟੀ ਦਾ ਮੁੱਦਾ ਜੁੜਿਆ ਹੋਇਆ। ਅਤੇ ਅੱਗੋਂ ਜੇ ਇੱਥੇ ਨਹੀਂ ਹੈ ਤਾਂ ਉਹ ਜ਼ਮੀਨ ਕੀ ਉਹਨਾਂ ਨੂੰ ਵਾਪਸ ਦੇ ਦਿੱਤੀ ਜਾਊਗੀ,
ਜਾਂ ਜ਼ਮੀਨ ਗਲਾਡਾ ਦੇ ਕੋਲ ਹੀ ਰਹੂਗੀ। ਫਿਰ ਉਹ ਪੈਸੇ ਜਿੰਨੇ ਉਹਨਾਂ ਦੇ ਕੋਲ ਦਿੱਤੇ ਸੀ, ਲਗਭਗ 77 ਕਰੋੜ ਰੁਪਇਆ ਪੰਚਾਇਤ ਦੇ ਖਾਤੇ 'ਚ, ਉਹ ਪੈਸੇ ਕਿੰਨੇ ਚੱਲ ਗਏ ਹੋਣਗੇ, ਕਿੰਨੇ ਹੈਗੇ ਨੇ, ਕਿਵੇਂ ਦਿੱਤੇ, ਇਹ ਅਜੇ ਹੈ ਨੇ ਕੁਝ ਗੱਲਾਂ ਇਸ ਪੱਧਰ ਦੀਆਂ, ਅਤੇ ਇਹਦੇ ਨਾਲ ਜੁੜੀਆਂ ਹੋਰ ਪੰਜਾਬ ਦੀਆਂ ਵੀ ਗੱਲਾਂ ਨੇ। ਪਰ ਇਹ ਲੋਕਾਂ ਦੀ ਇੱਕ ਬੜੇ ਵੱਡੇ ਪੱਧਰ 'ਤੇ ਜਿੱਤ ਹੈ, ਅਤੇ ਵਾਤਾਵਰਨ ਦੇ ਬਾਰੇ ਲੋਕਾਂ ਦੀ ਜਾਗਰੂਕਤਾ ਦਾ ਵੀ ਸਬੂਤ ਹੈ ਕਿ ਹਾਂ ਇਸ ਲੈਵਲ ਦੇ ਉੱਤੇ ਆਇਆ, ਔਰ ਇਹਨੂੰ ਸਵਾਗਤ ਕੀਤਾ ਜਾਣਾ ਚਾਹੀਦਾ ਇਸ ਫੈਸਲੇ ਦਾ। ਜੀ ਹਮੀਰ ਜੀ, ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਵੀ ਸਰਕਾਰ ਵੱਲੋਂ ਇਸ ਟੈਕਸਟਾਈਲ ਪਾਰਕ ਲਈ 955 ਏਕੜ ਜਿਹੜੀ ਜ਼ਮੀਨ ਐਕਵਾਇਰ ਕੀਤੀ ਗਈ ਸੀਗੀ ਅਤੇ ਉਸ ਲਈ 77 ਕਰੋੜ ਰੁਪਏ ਦਿੱਤਾ ਗਿਆ। ਅਤੇ ਇਸੇ ਤਰ੍ਹਾਂ ਗੱਲ ਕਰੀਏ ਤਾਂ ਇਹ ਸਿਰਫ ਇਹ ਆਪਣੇ ਮੱਤੇਵਾੜਾ ਜੰਗਲਾਂ 'ਚ ਹੀ ਨਹੀਂ, ਪੂਰੇ ਪੰਜਾਬ 'ਚ ਹੋਰ ਵੀ ਕਈ ਥਾਵਾਂ 'ਤੇ ਇਸ ਤਰ੍ਹਾਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ, ਜਿਸ ਲਈ ਪ੍ਰੋਜੈਕਟ ਲਾਣੇ ਸੀ, ਪ੍ਰੋਜੈਕਟ ਨਹੀਂ ਲੱਗ ਸਕੇ, ਕਿਸੇ ਕਾਰਨ ਤੋਂ ਰੱਦ ਹੋ ਗਏ। ਪਰ ਉਹ ਜ਼ਮੀਨਾਂ ਜਿਹੜੀਆਂ ਉਹ ਸਰਕਾਰ ਕੋਲ ਹੀ ਪਈਆਂ। ਫਿਰ ਇਹ ਸਾਰੀ ਜ਼ਮੀਨਾਂ ਨੂੰ ਕੀ ਸਰਕਾਰ ਕਰ ਰਹੀ ਹੈ ਜਾਂ ਕੀ ਕਰਨਾ ਚਾਹੀਦਾ? ਇਹਦੇ 'ਚ ਦੋ ਟਾਈਪ ਦੇ ਮਾਮਲੇ ਨੇ। ਇੱਕ ਇਹ ਹੈ ਕਿ ਜੇ ਸਰਕਾਰ ਨੇ ਜ਼ਮੀਨਾਂ ਐਕਵਾਇਰ ਕਰਨੀਆਂ ਨੇ ਕਿਸੇ ਜ਼ਰੂਰੀ ਕੰਮਾਂ ਲਈ ਜਾਂ ਚਾਹੀਦਾ, ਉਹ ਸਰਕਾਰ ਦਾ ਹੱਕ ਹੁੰਦਾ ਹੈ ਜੀ। ਪਰ ਉਹ ਜ਼ਮੀਨਾਂ ਫਿਰ ਐਕਵਾਇਰ ਕਰੇ ਜਿਹੜਾ 2013 ਦਾ ਜ਼ਮੀਨ ਐਕਵਾਇਰ ਕਰਨ ਲਈ ਕਾਨੂੰਨ ਹੈ, ਉਹਨੂੰ ਧਿਆਨ 'ਚ ਰੱਖ ਕੇ ਉਹਨੂੰ ਲਾਗੂ ਕਰਕੇ। ਜੀ। ਜੇ ਉਹਦੇ ਤਹਿਤ ਜ਼ਮੀਨ ਐਕਵਾਇਰ ਹੁੰਦੀ ਹੈ ਤਾਂ ਦੋ ਗੱਲਾਂ ਉਹਦੇ 'ਚ ਬਹੁਤ ਕਲੀਅਰ ਲਿਖੀਆਂ ਹੋਈਆਂ ਨੇ। ਇੱਕ ਇਹ ਲਿਖੀ ਹੋਈ ਹੈ ਕਿ ਤੁਸੀਂ ਜਿੱਥੋਂ ਜ਼ਮੀਨ ਐਕਵਾਇਰ ਕਰਦੇ ਹੋ ਉਹਦਾ ਸੋਸ਼ਲ ਇੰਪੈਕਟ ਅਸੈਸਮੈਂਟ ਕਰਾਉਂਦੇ ਹੋ, ਇਹਦਾ ਸਮਾਜਿਕ ਪ੍ਰਭਾਵ ਕੀ ਪਏਗਾ। ਮਤਲਬ ਜੇ ਜ਼ਮੀਨ ਲੈ ਲਈ ਪਿੰਡ ਜਿਹਦੀ ਜ਼ਮੀਨ ਹੈ, ਜਾਂ ਜੇ ਪੰਚਾਇਤ ਦੀ ਹੈ, ਪੰਚਾਇਤ ਦੇ ਖਾਤੇ 'ਚ ਪੈਸੇ ਚਲੇ ਗਏ, ਜੇ ਮੇਰੀ ਹੈ ਮੇਰੇ ਖਾਤੇ 'ਚ ਚਲੇ ਗਏ। ਪਰ ਮੈਂ ਔਰ ਇਕੱਲਾ ਪੰਚਾਇਤ ਨਹੀਂ ਨਾ ਉਹਦੇ ਨਾਲ ਪ੍ਰਭਾਵਿਤ ਹੁੰਦਾ, ਉਹਦੇ ਨਾਲ ਉੱਥੇ ਕੋਈ ਦੁਕਾਨਦਾਰ ਬੈਠਾ ਹੈ, ਉੱਥੇ ਕੋਈ ਮਜ਼ਦੂਰ ਹੈ, ਉੱਥੇ ਕੋਈ ਹੋਰ ਲੋਕ ਨੇ ਜਿਨ੍ਹਾਂ ਦੀ ਰੋਜੀ ਰੋਟੀ ਇਸ ਪਿੰਡ ਨਾਲ ਜੁੜ ਕੇ ਚੱਲਦੀ ਹੈ ਜੀ, ਅਤੇ ਉਹ ਵੀ ਪ੍ਰਭਾਵਿਤ ਹੁੰਦੇ ਨੇ। ਉਹ ਇੰਪੈਕਟ ਅਸੈਸਮੈਂਟ ਇਸ ਲਈ ਕਰਾਉਣੀ ਹੁੰਦੀ ਹੈ ਕਿ ਟੋਟਲ ਪ੍ਰਭਾਵ ਅਰਥ ਵਿਵਸਥਾ 'ਤੇ ਕੀ ਪਊ, ਤਾਂ ਕਿ ਉਹਨਾਂ ਬੰਦਿਆਂ ਨੂੰ ਵੀ ਮੁਆਵਜ਼ਾ ਮਿਲ ਸਕੇ ਜਿਹੜੇ ਬੰਦਿਆਂ ਦੀ ਜ਼ਮੀਨ ਚਾਹੇ ਨਹੀਂ ਹੈ, ਉਹਨਾਂ ਦੀ ਰੋਜੀ ਰੋਟੀ ਪ੍ਰਭਾਵਿਤ ਹੋ ਰਹੀ ਹੈ। ਇਹ 2013 ਦੇ ਕਾਨੂੰਨ ਦੇ ਵਿੱਚ ਬੜਾ ਕਲੀਅਰ ਲਿਖਿਆ ਹੋਇਆ ਹੈ। ਦੂਜੀ ਗੱਲ ਇਹ ਹੈ ਕਿ ਉਹਦੇ 'ਚ ਇਹ ਕਿਹਾ ਗਿਆ ਕਿ ਜੇ ਸਰਕਾਰ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਸਤੇ ਖਰੀਦਣੀ ਹੈ, ਕਿ ਅਸੀਂ ਵੀ ਵਿੱਚਾਂ ਉਸ ਪ੍ਰੋਜੈਕਟ ਦੇ ਅਤੇ ਇੱਕ ਨਿੱਜੀ ਕੰਪਨੀ ਨਾਲ ਹੋਏਗੀ, ਤਾਂ ਸੰਬੰਧਿਤ ਪਿੰਡ ਦੀ 70% ਵੋਟਰਾਂ ਦੀ ਸਹਿਮਤੀ ਜ਼ਰੂਰੀ ਹੈ, ਉਹ ਲੈਣੀ ਪਊਗੀ। ਇੱਕ ਜਨਤਕ ਇਜਲਾਸ ਸੱਦ ਕੇ 70% ਦੀ ਸਹਿਮਤੀ ਲੈਣੀ ਜ਼ਰੂਰੀ ਹੈ ਜੀ। ਜੇ ਸਰਕਾਰ ਨੇ ਇਕੱਲਾ ਨਿੱਜੀ ਕੰਪਨੀ ਨੂੰ ਦੇਣੀ ਹੈ ਖਰੀਦ ਐਕਵਾਇਰ ਕਰਕੇ, ਫਿਰ 80% ਦੀ ਸਹਿਮਤੀ ਜ਼ਰੂਰੀ ਹੈ ਜੀ। ਕੇਵਲ ਦੋ ਮਾਮਲਿਆਂ ਦੇ ਵਿੱਚ ਹੀ ਸਰਕਾਰ ਤੋਂ ਇਹ ਤੋਂ ਛੂਟ ਹੈ। ਉਹ ਕੋਈ ਡਿਫੈਂਸ ਦਾ ਮਾਮਲਾ, ਉਹਨੇ ਡਿਫੈਂਸ ਦਾ ਪ੍ਰੋਜੈਕਟ ਲਾਉਣਾ ਹੈ, ਕੋਈ ਨੈਚੁਰਲ ਕਲੈਮਿਟੀ ਆ ਗਈ, ਉੱਥੇ ਕੋਈ ਚੀਜ਼ ਇਸ ਲੈਵਲ ਦੀ, ਜਾਂ ਪਾਰਲੀਮੈਂਟ ਸਪੈਸ਼ਲ ਕੋਈ ਕਾਨੂੰਨ ਪਾਸ ਕਰਕੇ ਜਾਂ ਮਤਾ ਪਾਸ ਕਰਕੇ ਕਿਸੇ ਚੀਜ਼ ਨੂੰ ਉਹਦੇ 'ਚ ਪਾ ਦਿੰਦੀ ਹੈ। ਇੱਦੋਂ ਬਿਨਾਂ ਸਰਕਾਰ ਕੋਲ ਕੋਈ ਹੱਕ ਨਹੀਂ ਹੈ ਕਿਸੇ ਦੀ ਜ਼ਮੀਨ ਲੈਣ ਦਾ ਜੀ। ਹੁਣ ਇਹਨਾਂ ਨੇ ਕੀ ਕੀਤਾ ਹੋਇਆ ਕਿ ਇਹ ਤਰੀਕਾ ਬੰਦ ਕਰਤਾ। ਇਹ ਕਹਿੰਦੇ ਆਪਾਂ ਸ਼ਾਮਲਾਟਾਂ ਲੈ ਲਓ। ਸ਼ਾਮਲਾਟ 'ਚ ਪੰਚਾਇਤ ਦਾ ਇਕੱਲਾ ਮਤਾ ਪਵਾਉਂਦੇ ਨੇ, ਉਹ ਮਨਮਰਜ਼ੀ ਦਾ ਪੈਸਾ ਲੈ ਦਿੰਦੇ ਨੇ, ਅਤੇ ਠੀਕ ਹੈ ਜੀ, ਉਹ ਲੈਣੀ ਸੌਖੀ ਹੈ ਜ਼ਮੀਨ। ਬਿਲਕੁਲ। ਪੰਜਾਬ ਦੇ ਵਿੱਚ ਹੁਣ ਇਸ ਸਮੇਂ ਲਗਭਗ 8,66,000 ਏਕੜ ਦੇ ਕਰੀਬ ਪੰਚਾਇਤੀ ਲੈਂਡ ਹੈ ਜੀ, ਜਿਹਦੇ 'ਚੋਂ 6,88,000 ਦੇ ਕਰੀਬ ਮਤਲਬ ਗੈਰ ਵਾਹੀਯੋਗ ਹੈ। ਉਹ ਕਿਸੇ ਪਹਾੜਾਂ 'ਚ ਆਉਂਦੀ ਹੈ, ਕਿਤੇ ਖੱਡਾਂ 'ਚ ਆਉਂਦੀ ਹੈ, ਕਿਤੇ ਨਾਲਿਆਂ 'ਚ ਆਉਂਦੀ ਹੈ, ਕਿਤੇ ਆਉਂਦੀ ਹੈ, ਵੱਖ-ਵੱਖ ਟਾਈਪ ਦੀ ਜੀ। ਬਿਲਕੁਲ। 1,70,000 ਏਕੜ ਦੇ ਵਿੱਚ ਵਾਹੀਯੋਗ ਜ਼ਮੀਨ ਹੈ, ਜਿਹਦੀ ਬੋਲੀ ਹੋ ਕੇ ਮਤਲਬ ਉਹ ਹੁੰਦਾ। ਹੁਣ ਉਹਦੇ 'ਚੋਂ ਤੁਸੀਂ ਲੈ ਲਿਓ 1100 ਏਕੜ ਤੁਸੀਂ ਰਾਜਪੁਰੇ ਜਿਹੜੇ 5 ਪਿੰਡਾਂ ਦੇ ਲੈ ਲਈ ਜੀ। ਕਦੇ ਤੁਸੀਂ ਆਦਰਸ਼ ਸਕੂਲਾਂ ਦੇ ਨਾਂ 'ਤੇ ਲੈ ਲਈ, ਕਦੇ ਤੁਸੀਂ ਗਊਸ਼ਾਲਾ ਬਾੜਿਆਂ ਦੇ ਨਾਂ 'ਤੇ ਲੈ ਲਈ, ਕਦੇ ਤੁਸੀਂ ਕਾਸੇ ਨਾਂ 'ਤੇ ਪੱਤੇ ਪੁਆਪਾ ਲੈ ਰਹੇ ਹੋ, ਲਗਾਤਾਰ ਘਟਦੀ ਜਾ ਰਹੀ ਹੋ ਜੀ। ਬਿਲਕੁਲ। ਜਦ ਕਿ ਉਹ ਪਿੰਡਾਂ ਦੀਆਂ ਹੁਣ ਇੱਕ ਅਜੇ ਨਵੇਂ ਗੌਰਮੈਂਟ ਆਫ ਇੰਡੀਆ ਨੇ ਰੂਲ ਲਾਗੂ ਕੀਤੇ ਨੇ, ਫੋਰੈਸਟ ਕੰਜ਼ਰਵੇਸ਼ਨ ਰੂਲ 2022, ਉਹਦਾ ਵਿਰੋਧ ਹੋ ਰਿਹਾ। ਅੱਜ ਹੀ ਅਖਬਾਰਾਂ 'ਚ ਖਬਰਾਂ ਛਪੀਆਂ ਨੇ, ਕਿਉਂਕਿ ਉਹ ਇਸ ਲਈ ਵਿਰੋਧ ਹੋ ਰਿਹਾ ਕਿ ਤੁਸੀਂ ਜਿਹੜਾ ਕਬਾਇਲੀ ਖੇਤਰ ਹੈ ਉਹ ਨਿਯਮ ਇਹੋ ਜਿਹੇ ਬਣਾਤੇ ਜਿਹੜੇ 2006 ਦੇ ਕਾਨੂੰਨ ਦੇ ਖਿਲਾਫ ਨੇ। ਉਹ ਨਿਯਮ ਕਿਵੇਂ ਬਣ ਗਏ ਇਸ ਦੇ ਖਿਲਾਫ? ਕਿਉਂਕਿ ਉੱਥੇ ਗ੍ਰਾਮ ਸਭਾ ਤੋਂ ਤਾਂ ਬਿਨਾਂ ਕੋਈ ਵੀ ਕੰਮ ਹੋ ਹੀ ਨਹੀਂ ਸਕਦਾ। ਇਹਨਾਂ ਨੇ ਗ੍ਰਾਮ ਸਭਾ ਬਾਈਪਾਸ ਕਰਤੀ ਉਹਨਾਂ ਨਿਯਮਾਂ ਦੇ ਵਿੱਚ ਜੀ, ਇਸ ਸਾਰੇ ਮਾਮਲੇ ਦੇ ਵਿੱਚ। ਪੰਜਾਬ ਦੇ ਲੋਕਾਂ ਨੂੰ ਬਲਕਿ ਹੁਣ ਇਹ ਚਾਹੀਦਾ ਸਗੋਂ ਕਿ ਉਹ ਮੱਤੇਵਾੜਾ ਦੀ ਜੰਗ ਉਹਨਾਂ ਨੇ ਜਿੱਤ ਲਈ। ਜਿੰਨੀਆਂ ਵੀ ਸ਼ਾਮਲਾਟ ਜ਼ਮੀਨਾਂ ਨੇ ਉਹਨਾਂ ਨੂੰ ਬਚਾਉਣ ਦੇ ਵਾਸਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਤੇ ਜਿਹੜਾ ਵਿਲੇਜ ਕਾਮਨ ਲੈਂਡ ਐਕਟ 1966 ਹੈ, ਇਹ 'ਚ ਸੋਧ ਕਰਾਉਣ ਦੀ ਜਦੋਜਹਿਦ ਤੱਕ ਹਰੇਕ ਜਗ੍ਹਾ ਥੋੜ੍ਹੀ ਲੜਾਈ ਲੜੀ ਜਾਂਦੀ ਹੈ। ਇੱਕੋ ਵਾਰ ਲੜਾਈ ਲੜੋ ਸਾਰੀ, ਕਿ ਇਹਨਾਂ 'ਚ ਸੋਧ ਕਰੋ। ਜੇ ਪਿੰਡ ਦੀ ਜ਼ਮੀਨ ਕਿਸੇ ਲਈ ਬਹੁਤ ਜ਼ਰੂਰੀ ਕਾਰਨ ਕਰਕੇ ਲੈਣੀ ਵੀ ਹੈ
ਤਾਂ ਗ੍ਰਾਮ ਸਭਾ ਦੀ ਮਨਜ਼ੂਰੀ ਤੋਂ ਬਿਨਾਂ ਪੰਚਾਇਤ ਨੂੰ ਹੱਕ ਹੀ ਨਾ ਹੋਵੇ। ਜੀ ਇਹ ਉਹੋ ਜਿਹਾ ਹੀ ਮਾਮਲਾ ਹੈ ਜਿਵੇਂ 5 ਸਾਲ ਲਈ ਕੇਂਦਰ ਦੀ ਸਰਕਾਰ ਚੁਣੇਗੀ। ਜੀ ਬਿਲਕੁਲ। ਕੇਂਦਰ ਦੀ ਸਰਕਾਰ ਨੂੰ ਰਾਜ ਕਰਨ ਦਾ, ਡੇ ਟੂ ਡੇ ਦੇ ਫੈਸਲੇ ਕਰਨ ਦਾ ਹੱਕ ਹੈ, ਉਹਨੂੰ ਦੇਸ਼ ਵੇਚਣ ਦਾ ਹੱਕ ਤਾਂ ਕਿਸੇ ਨੇ ਨਹੀਂ ਦਿੱਤਾ। ਜੀ ਇਸੇ ਤਰ੍ਹਾਂ ਸੂਬੇ ਦੀ ਸਰਕਾਰ ਹੈ, ਚਾਹੇ ਉਹ ਕਿਸੇ ਦੀ ਹੋਵੇ, ਉਹਨੂੰ ਟੋਟਲ ਜ਼ਮੀਨਾਂ ਸਰਕਾਰੀ ਵੇਚਣ ਦਾ ਹੱਕ ਥੋੜ੍ਹੀ ਦਿੱਤਾ, ਉਹਨੂੰ ਉਹਨਾਂ ਦੀ ਵਰਤੋਂ ਦਾ ਹੱਕ ਦਿੱਤਾ ਵੀ ਬਿਹਤਰ ਤਰੀਕੇ ਨਾਲ ਵਰਤੋਂ। ਇਸੇ ਤਰ੍ਹਾਂ ਪੰਚਾਇਤਾਂ ਨੂੰ ਇਹ ਹੱਕ ਥੋੜ੍ਹੀ ਹੈ ਕਿ ਉਹ ਸਾਰੇ ਪਿੰਡ ਦੀ ਜ਼ਮੀਨ ਉਡਾ ਦੇ। ਜੀ ਇਹ ਹੱਕ ਪਿੰਡ ਦਾ ਪਿੰਡ ਦੇ ਲੋਕਾਂ ਕੋਲ ਹੋਣਾ ਚਾਹੀਦਾ, ਸੂਬੇ ਦਾ ਸੂਬੇ ਦੇ ਲੋਕਾਂ ਕੋਲ, ਦੇਸ਼ ਦਾ ਦੇਸ਼ ਦੇ ਲੋਕਾਂ ਕੋਲ। ਇਹ ਕਿਸੇ ਇੱਕ ਸਰਕਾਰ ਜਾਂ ਇੱਕ ਕੰਪਨੀ ਜਾਂ ਇੱਕ ਬਾਡੀ ਕੋਲ ਨਹੀਂ ਹੋਣਾ ਚਾਹੀਦਾ। ਇਸੇ ਕਰਕੇ ਇਹ ਹੱਕ ਦੇ ਤੌਰ 'ਤੇ ਜੇ 1994 ਔਰ 1961 ਦੇ ਕਾਨੂੰਨਾਂ 'ਚ ਸੋਧ ਦੀ ਇੱਕ ਜਦੋਜਹਿਦ ਹੋਵੇ ਕਿ ਜੇ ਇਨ ਕੇਸ ਜਿਹੜੀ ਬਹੁਤ ਜ਼ਰੂਰੀ ਹੋਊਗੀ ਉਹ ਗ੍ਰਾਮ ਸਭਾ ਵੀ ਮੰਨ ਜੂਗੇ, ਜਿਹੜੀ ਨਹੀਂ ਜ਼ਰੂਰੀ ਹੋਊਗੀ ਉਹ ਨਹੀਂ ਮੰਨੂਗੇ। ਲੋਕਾਂ ਦੀ ਡੈਮੋਕ੍ਰੇਸੀ 'ਚ ਲੋਕਾਂ ਦੀ ਸਭ ਤੋਂ ਜ਼ਿਆਦਾ ਚੱਲਦੀ ਚਾਹੀਦੀ ਹੈ ਨਾ ਪਾਵਰ ਹੈ। ਇਸ ਪਾਸੇ ਵੱਲ ਮੇਰੇ ਖਿਆਲ ਹੈ ਜ਼ਮੀਨ ਦੇ ਮਾਮਲੇ ਦੇ ਵਿੱਚ ਇਹ ਜਦੋਜਹਿਦ ਨੂੰ ਤੋੜਨ ਦੀ ਲੋੜ ਹੈ। ਜੀ ਹਮੀਰ ਜੀ, ਇਹ ਤਾਂ ਸੀ ਮੱਤੇਵਾੜਾ ਦੀ ਜ਼ਮੀਨ ਨੂੰ ਲੈ ਕੇ ਗੱਲ। ਇਸ ਦੇ ਨਾਲ ਹੀ ਗੱਲ ਕਰੀਏ, ਪੰਜਾਬ ਸਰਕਾਰ ਵੱਲੋਂ ਇੱਕ ਸਲਾਹਕਾਰ ਕਮੇਟੀ ਬਣਾਈ ਗਈ ਹੈ ਜਿਸ ਦਾ ਚੇਅਰਮੈਨ ਜਿਹੜਾ ਹੈਗਾ ਰਾਘਵ ਚੱਡਾ ਨੂੰ ਲਾਇਆ ਗਿਆ, ਜੋ ਕਿ ਪੰਜਾਬ ਤੋਂ ਭਾਵੇਂ ਰਾਜ ਸਭਾ ਮੈਂਬਰ ਨੇ ਪਰ ਦਿੱਲੀ ਨਾਲ ਸੰਬੰਧ ਰੱਖਦੇ ਨੇ। ਉਹਨਾਂ ਨੂੰ ਜਿਹੜਾ ਹੈਗਾ ਉਸ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ। ਤੁਸੀਂ ਇਸ ਨੂੰ ਕਿਵੇਂ ਦੇਖੋਗੇ? ਹਾਂ ਬਿਲਕੁਲ, ਪੰਜਾਬੀ ਟ੍ਰਿਬਿਊਨ ਨੇ 2-3 ਦਿਨ ਪਹਿਲਾਂ ਇਹ ਖਬਰ ਛਾਪੀ ਸੀ ਕਿ ਕੋਈ ਇਹੋ ਜਿਹਾ ਚੀਜ਼ ਬਣ ਰਹੀ ਹੈ, ਜਿਹੜੇ ਕੋਈ ਸਲਾਹਕਾਰ ਬਾਡੀ ਬਣ ਰਹੀ ਹੈ ਕਿਸੇ ਇੱਕ ਖਾਸ ਦਿੱਲੀ ਦੇ ਆਗੂ ਨੂੰ ਹੀ। ਆਗੂ ਦਾ ਨਾਮ ਵੀ ਹੁਣ ਆ ਗਿਆ, ਹਾਲਾਂਕਿ ਉਦੋਂ ਵੀ ਪਤਾ ਸੀ ਨਾਮ ਲੋਕਾਂ ਨੂੰ, ਕਾਫੀ ਲੋਕਾਂ ਦੇ ਸਾਹਮਣੇ ਕਿ ਕਿਹੜੇ ਆਗੂ ਨੂੰ ਕੀਤਾ ਜਾ ਰਿਹਾ। ਜਦੋਂ ਇਹ ਸੀ ਕਿ ਇਸ ਪੋਸਟ ਨੂੰ ਲਾਭਦਾਇਕ ਪੋਸਟ ਤੋਂ ਹਟਾਉਣਾ, ਕੇਵਲ ਉਹਦੀ ਇਹ ਸੋਧ ਕਰਨੀ ਸੀ। ਜਿਹੜਾ ਚੀਫ ਸੈਕਟਰੀ ਵੱਲੋਂ ਇੱਕ ਨੋਟੀਫਿਕੇਸ਼ਨ ਆਇਆ ਸੀ, ਉਹ ਜਿਹੜੀਆਂ ਸਾਰੀਆਂ ਸ਼ਰਤਾਂ ਸੀ ਇਹ ਦਰਸਾਉਂਦੀਆਂ ਸੀ ਕਿ ਰਾਘਵ ਚੱਡੇ ਲਈ ਨੇ ਕਿ ਇਹ ਕੋਈ ਤਨਖਾਹ ਨਹੀਂ ਲੈਣਗੇ, ਕੋਈ ਭੱਤਾ ਨਹੀਂ ਲੈਣਗੇ, ਇਹਦਾ ਕੋਈ ਆਫਿਸ ਨਹੀਂ ਹੋਏਗਾ, ਜੇ ਆਫਿਸ ਹੋਏਗਾ ਤਾਂ ਉਹਦੇ 'ਚ ਪੈਸੇ ਨਹੀਂ ਮਤਲਬ ਸਰਕਾਰ ਦੇਗੀ। ਇਹ ਸਾਰੀਆਂ ਚੀਜ਼ਾਂ ਸੀ ਅਤੇ ਹੁਣ ਉਹ ਲਗਾ ਦਿੱਤੇ ਗਏ ਨੇ। ਔਰ ਇਹ ਲਗਾਉਣ ਦਾ ਮਤਲਬ ਇਹ ਹੈ ਕਿ ਦਿਨ ਪ੍ਰਤੀ ਦਿਨ ਜਿਹੜੀ ਆਮ ਆਦਮੀ ਪਾਰਟੀ ਦੇ ਬਾਰੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਗੱਲ ਘਰ ਕਰਦੀ ਜਾ ਰਹੀ ਹੈ, ਉਹ ਇਹ ਹੈ ਕਿ ਸਰਕਾਰ ਦਿੱਲੀ ਤੋਂ ਚੱਲਦੀ ਹੈ ਔਰ ਇੱਥੋਂ ਨਹੀਂ ਚੱਲ ਰਹੀ। ਇੱਥੇ ਨਹੀਂ ਪਤਾ ਹੁੰਦਾ ਕੀ ਗੱਲਾਂ ਹੋ ਰਹੀਆਂ ਨੇ। ਔਰ ਇਸੇ ਕਰਕੇ ਇਹ ਹੁਣ ਜਿਹੜੀਆਂ ਗੱਲਾਂ ਸਟੈਪ ਨੇ, ਖਾਸ ਤੌਰ 'ਤੇ ਰਾਘਵ ਚੱਡਾ ਨੂੰ ਕਿਹਾ ਜਾ ਰਿਹਾ ਉਹਨੂੰ ਮਿਨਿਸਟਰ, ਕੈਬਨਿਟ ਮਿਨਿਸਟਰ ਦਾ ਰੈਂਕ ਵੀ ਮਿਲੇਗਾ। ਕਈ ਕਹਿੰਦੇ ਨੇ ਕੈਬਨਿਟ ਮਿਨਿਸਟਰ ਨਹੀਂ, ਡਿਪਟੀ ਸੀਐਮ ਮੰਗ ਰਿਹਾ, ਪਰ ਡਿਪਟੀ ਸੀਐਮ ਕਿਤੇ ਨਾ ਹੋਵੇ ਤਾਂ ਕੈਬਨਿਟ ਮਿਲ ਜੇ। ਮੰਨ ਲਓ ਕੈਬਨਿਟ ਮਿਨਿਸਟਰ ਦਾ ਰੈਂਕ ਦੇਣ ਦਾ ਮਤਲਬ ਹੈ ਕਿ ਜਦੋਂ ਅਧਿਕਾਰੀ ਬੈਠੇ ਹੋਣਗੇ ਉਹਦਾ ਰੁਤਬਾ ਉਦੋਂ ਵੱਡਾ ਬਣਾਉਣਾ, ਬਿਲਕੁਲ, ਤਾਂ ਸਾਰੀਆਂ ਚੀਜ਼ਾਂ ਉਹਦੇ 'ਚ ਕਰਨਾ। ਹਾਲਾਂਕਿ ਇਹ ਵੀ ਜੇ ਆਰਜੀ ਬਾਡੀ ਬਣਾ ਵੀ ਲੈਂਦੇ ਨੇ, ਆਰਜੀ ਬਾਡੀ ਬਣਾਈ ਦੇ ਵਿੱਚ ਕੈਬਨਿਟ ਰੈਂਕ ਦਿੱਤਾ ਜਾ ਸਕਦਾ, ਨਹੀਂ ਦਿੱਤਾ ਜਾ ਸਕਦਾ, ਇਹ ਵੀ ਇੱਕ ਟੈਕਨੀਕਲ ਮਾਮਲਾ ਹੈ ਜੀ। ਪਰ ਇਦੋਂ ਅੱਗੇ ਵੀ ਇਹ ਵੀ ਇੱਕ ਗੱਲ ਹੈ ਕਿ ਕੀ ਸਰਕਾਰੀ ਫਾਈਲਾਂ ਵੀ ਹੁਣ ਉਹਨਾਂ ਦੇ ਥਰੂ ਉਹ ਦੇਖ ਸਕਣਗੇ ਜਾਂ ਬਾਕੀ ਨੇ? ਜੇ ਦੇਖਣਗੇ ਤਾਂ ਜਿਹੜਾ ਉਹ ਆਫੀਸ਼ੀਅਲ ਸੀਕਰੇਟ ਐਕਟ ਹੈ ਜਿਹਦੇ ਤਹਿਤ ਜਿਹੜਾ ਗੁਪਤ ਰੱਖਣ ਦੀ ਸਹੁੰ ਚੁੱਕੀ ਜਾਂਦੀ ਹੈ, ਮੰਤਰੀ ਚੱਕਦੇ ਨੇ ਜਾਂ ਚੀਫ ਮਿਨਿਸਟਰ ਚੱਕਦੇ ਨੇ ਜਾਂ ਅਫਸਰਾਂ ਨੇ ਵੀ ਆਪਣੇ ਆਪ ਉਹ ਕੀਤੀ ਜਾਂਦੀ ਹੈ, ਤਾਂ ਉਹਦੀ ਉਲੰਘਣਾ ਦੇ ਭਾਗੀਦਾਰ ਨਹੀਂ ਬਣੂਗੀ ਪੰਜਾਬ ਸਰਕਾਰ। ਜਿਵੇਂ ਦਿੱਲੀ ਦਾ ਸਮਝੌਤਾ ਕੀਤਾ ਸੀ ਗਿਆਨ ਬਟਵਾਰੇ ਦਾ, ਅਤੇ ਉਹਨਾਂ ਨਾਲ ਅਸੀਂ ਗਿਆਨ ਬਟਾਵਾਂਗੇ ਇੱਧਰ ਵੀ, ਅਤੇ ਉਹ ਗਿਆਨ ਬਟਵਾਰਾ ਦੇ ਵਿੱਚ ਵੀ ਇਹ ਫਾਈਲਾਂ 'ਤੇ ਲੋਕਾਂ ਨੇ ਸਵਾਲ ਉਠਾਇਆ, ਫਿਰ ਫਾਈਲਾਂ ਵੀ ਇੱਧਰ ਉੱਧਰ ਭੇਜੋਗੇ ਜੀ। ਇਹਨਾਂ ਨੇ ਕਿਹਾ ਨਹੀਂ ਜੀ ਅਸੀਂ ਆਪਸ ਦੇ ਵਿੱਚ ਕਰਾਂਗੇ। ਹੁਣ ਉਹ ਦਿੱਲੀ ਵਾਲੇ ਗਿਆਨ ਨਾਲ ਸਰਦਾ ਨਹੀਂ ਹੈ ਕਿ ਨਵਾਂ ਚੇਅਰਮੈਨ ਲਾਉਣ ਦੀ ਲੋੜ ਪੈ ਗਈ ਹੈ। ਦਿੱਲੀ 'ਚ ਸਮੁੱਚਾ ਗਿਆਨ ਆਉਂਦਾ, ਉੱਥੇ ਤੁਸੀਂ ਵਗ ਜਾਂਦੇ ਹੋ, ਅਫਸਰ ਸਾਰੇ ਨਾਲ, ਕਨਵੀਨਰ ਸਾਹਿਬ ਵੀ ਬੈਠੇ ਹੁੰਦੇ ਨੇ, ਨਾਲ ਦੂਜੇ ਚੀਜ਼ਾਂ ਵੀ ਬੈਠੀਆਂ ਹੁੰਦੀਆਂ ਨੇ। ਇਹ ਸਮਝ ਨਹੀਂ ਆ ਰਹੀ ਕਿ ਕੀ ਦਿਖਾਵਾ ਕੀਤਾ ਜਾ ਰਿਹਾ ਪੰਜਾਬ ਦੇ ਵਿੱਚ ਕਿ ਉਵੇਂ ਹੈ। ਇਹਨਾਂ ਗੱਲਾਂ ਨਾਲ ਹੀ ਫਿਰ ਬਾਕੀ ਗੱਲਾਂ ਜੁੜ ਜਾਂਦੀਆਂ ਨੇ। ਜਿਵੇਂ ਭਗਵੰਤ ਮਾਨ ਨੇ ਇਹ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਵਿਧਾਨ ਸਭਾ ਲਈ ਸਾਨੂੰ ਵੀ ਜਗ੍ਹਾ ਦੇ ਦਿਓ ਜੀ, ਜੇ ਹਰਿਆਣਾ ਮੰਗ ਰਿਹਾ। ਹਾਲਾਂਕਿ ਪੰਜਾਬ ਦਾ ਕਲੀਅਰ ਕੱਟ ਇਦੋਂ ਪਹਿਲਾਂ ਸਟੈਂਡ ਹਰਿਆਣੇ ਨੂੰ ਵੀ ਕਿਉਂ ਦਿੱਤੀ ਜਾਵੇ? ਇਹ ਡਿਊਟੀ ਸਦਾ ਥੋੜ੍ਹੀ ਰੱਖਣੀ ਹੈ। ਚੰਡੀਗੜ੍ਹ ਪੰਜਾਬ ਦਾ, ਪੰਜਾਬ ਦੀ ਰਾਜਧਾਨੀ ਹੈ। ਸਾਰੇ ਦੇਸ਼ ਦੇ ਵਿੱਚ ਜਿੱਥੇ ਕਿਤੇ ਵੀ ਵੱਖਰੇ ਰਾਜ ਬਣੇ ਨੇ ਉਹਨਾਂ ਨੂੰ ਆਪਣੀ ਨਵੀਂ ਰਾਜਧਾਨੀ ਮਿਲੀ ਹੈ, ਪੁਰਾਣੇ ਰਾਜਾਂ ਨੂੰ ਪੁਰਾਣੀਆਂ ਰਾਜਧਾਨੀਆਂ ਮਿਲੀਆਂ ਨੇ। ਅਤੇ ਤੁਸੀਂ ਆਪਣੇ ਆਪ ਹੀ ਕਿਉਂ ਇਹੋ ਜਿਹੇ ਸਟੈਂਡ ਲੈਂਦੇ ਸ਼ੁਰੂ ਕਰ ਦਿੰਦੇ ਹੋ ਕਿ ਬਾਕੀ ਹੈ? ਐਵੇਂ ਕਹਿਤਾ ਉੱਥੇ ਮੀਟਿੰਗ 'ਚ ਟ੍ਰਿਬਿਊਨਲ ਬਣਾਓ ਜੀ। ਹੋਰ ਇਦੋਂ ਪਹਿਲੀ ਸਰਕਾਰ ਨੇ ਵੀ ਕਿਹਾ ਸੀ ਟ੍ਰਿਬਿਊਨਲ ਬਣਾਓ। ਟ੍ਰਿਬਿਊਨਲ ਹਮੇਸ਼ਾ ਹੀ ਪਾਣੀਆਂ ਦੀ ਵੰਡ ਦੇ ਉੱਤੇ ਰੈਪੇਰੀਅਨ ਸਟੇਟਾਂ ਦੇ ਦੌਰਾਨ ਬਣਦਾ। ਜੇ ਅਸੀਂ ਸ਼ੁਰੂ ਤੋਂ ਮੁੱਢ ਤੋਂ ਲੜਾਈ ਇਹ ਲੜਦੇ ਆ ਰਹੇ ਹਾਂ ਕਿ ਹਰਿਆਣਾ ਰੈਪੇਰੀਅਨ ਸਟੇਟ, ਰਾਜਸਥਾਨ ਰੈਪੇਰੀਅਨ ਸਟੇਟ ਨਹੀਂ ਹੈ, ਤਾਂ ਟ੍ਰਿਬਿਊਨਲ ਕਿਉਂ? ਟ੍ਰਿਬਿਊਨਲ ਤਾਂ ਜ਼ਬਰਦਸਤੀ ਰਾਜੀਵ ਲੌਂਗੋਵਾਲ ਸਮਝੌਤੇ 'ਚ ਦੇ ਰਾਹੀਂ ਕੇਂਦਰ ਸਰਕਾਰ ਨੇ ਪੰਜਾਬ 'ਤੇ ਠੋਸਿਆ ਸੀ, ਜਿਹੜਾ ਪਹਿਲਾ ਟ੍ਰਿਬਿਊਨਲ ਵੀ ਬਣਿਆ ਸੀ। ਇਸ ਲਈ ਉਹਨਾਂ ਸਾਰੀਆਂ ਚੀਜ਼ਾਂ 'ਤੇ ਵੀ ਇਹ ਬਹੁਤ ਰਣਨੀਤਿਕ ਚੀਜ਼ਾਂ ਨੇ। ਕੱਲੀ ਡਿਸਪੈਂਸਰੀ ਠੀਕ ਕਰਨਾ, ਸਕੂਲ ਠੀਕ ਕਰਨਾ ਬਹੁਤ ਵਧੀਆ ਗੱਲ ਹੈ ਜੇ ਉਹ ਵੀ ਹੋ ਜਾਣ,
ਪਰ ਆ ਜਿਹੜੇ ਉਦੋਂ ਵੱਡੇ ਮੁੱਦੇ ਨੇ, ਜਿੱਥੇ ਤੁਹਾਡੇ ਪੂਰੇ ਸਾਧਨਾਂ ਦਾ ਮਾਮਲਾ, ਜਿੱਥੇ ਤੁਹਾਡੇ ਕੁਦਰਤੀ ਸਰੋਤਾਂ ਦਾ ਮਾਮਲਾ, ਜਿੱਥੇ ਤੁਹਾਡੇ ਜ਼ਿੰਦਗੀਆਂ ਦੇ ਨਾਲ ਜੁੜੇ ਮਾਮਲੇ ਨੇ, ਇਹਨਾਂ ਤੇ ਵੀ ਤੁਹਾਨੂੰ ਠੀਕ ਅਪਰੋਚ ਲੈਣੀ ਪਏਗੀ। ਔਰ ਇਹ ਧਾਰਨਾ ਜਿਹੜੀ ਪੱਕੀ ਬਣਦੀ ਜਾ ਰਹੀ ਹੈ ਕਿ ਹੁਣ ਤਾਂ, ਪਹਿਲਾਂ ਵੀ ਲੋਕ ਕਹਿੰਦੇ ਨੇ ਕਿ ਨੇੜੇ ਦੀ ਕੋਠੀ ਲੈ ਕੇ ਰਗਬ ਚੱਡੇ, ਉਹਨਾਂ ਦੇ ਕੋਲ ਦੀ ਉਹ ਜਾਂਦਾ ਸਾਰਾ ਕੁਝ ਆਲਰੇਡੀ ਗੈਰ, ਜੇ ਉਹ ਜਾਂਦਾ ਤਾਂ ਉਹ ਗੈਰ ਕਾਨੂੰਨੀ ਤਰੀਕੇ ਦੀ ਗੱਲ ਹੈ, ਤੇ ਜੇ ਉਹ ਅਫੀਸ਼ੀਅਲ ਹੁਣ ਮੀਟਿੰਗ ਵੀ ਹੋ ਜਾਏਗੀ ਫਿਰ ਵੀ ਉਹ ਗੈਰ ਕਾਨੂੰਨੀ ਰਹੇਗਾ, ਕਿਉਂਕਿ ਓਥ ਦੇ ਦਾਇਰੇ ਦੇ ਵਿੱਚ ਉਹ ਨਹੀਂ ਆਉਂਦੇ ਕਿਸੇ ਵੀ ਰੂਪ ਦੇ ਵਿੱਚ। ਔਰ ਮੈਨੂੰ ਨਹੀਂ ਲੱਗਦਾ ਕਿ ਇਹ ਲੰਮੇ ਸਮੇਂ ਦੇ ਵਿੱਚ ਨਾ ਇਹ ਪੰਜਾਬ ਦੇ ਹਿੱਤ 'ਚ ਹੈ, ਨਾ ਇਹ ਆਮ ਆਦਮੀ ਪਾਰਟੀ ਦੇ ਹਿੱਤ 'ਚ ਹੈ। ਸ਼ਾਇਦ ਉਹਨੂੰ ਭੁਲੇਖਾ ਹੀ ਹੈ ਦੋਨਾਂ ਚੀਜ਼ਾਂ ਦੇ ਕਿਹੜੇ ਦੇ ਹਿੱਤ 'ਚ। ਜੀ ਹਮੀਰ ਜੀ, ਇਹਦੇ ਨਾਲ ਹੀ ਗੱਲ ਕਰੀਏ ਤਾਂ ਅੱਜ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਜਿਹੜਾ ਹੈਗਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ। ਅਸੀਂ ਜਾਣਨਾ ਚਾਹਾਂਗੇ ਇਹ ਪੂਰਾ ਮਾਮਲਾ ਕੀ ਸੀ, ਉਹਨਾਂ ਨੇ ਕਿਹੜੇ ਮਾਮਲੇ ਜਿਹੜਾ ਹੈਗਾ ਆਤਮ ਸਮਰਪਣ ਕੀਤਾ? ਅਸਲ 'ਚ ਕਾਫੀ ਲੰਬਾ ਸਮਾਂ ਹੋ ਗਿਆ ਉਹਨਾਂ ਨੂੰ ਬਾਹਰ, ਲੁਕਸ਼ ਪੂਰਾ ਜ਼ੋਰ ਲਾਇਆ, ਕਿਉਂਕਿ ਉਹਨਾਂ ਦੇ ਉੱਤੇ ਹੁਣ ਜਿਹੜਾ ਇਹ ਕੇਸ ਹੈ, ਇਹ ਇੱਕ ਜਬਰ ਜਨਾਹ ਦਾ ਕੇਸ ਦੇ ਤੌਰ 'ਤੇ ਕਿਸੇ ਔਰਤ ਨੇ ਕੀਤਾ ਹੋਇਆ। ਇਦੋਂ ਪਹਿਲਾਂ ਵੀ ਕੇਸ ਤਾਂ ਉਹਨਾਂ 'ਤੇ ਬਹੁਤ ਪਏ ਨੇ, ਪਰ ਉਹ ਕੇਸ ਇਹੋ ਜਿਹਾ ਨਹੀਂ ਸੀ ਜਿਹੜਾ ਅਖਲਾਕ ਨਾਲ ਜੁੜਿਆ ਹੋਵੇ। ਇਦੋਂ ਪਹਿਲਾਂ ਕੇਸ ਸੀ ਕਿਸੇ ਅਫਸਰ ਨੂੰ ਕੁੱਟਤਾ, ਇੱਕ ਤਹਿਸੀਲਦਾਰ ਜਦੋਂ ਉਦੋਂ ਕੁੱਟਿਆ ਸੀ, ਜਾਂ ਫਿਰ ਮਾਈਨਿੰਗ ਦੇ ਵਿੱਚ ਆਪ ਧੱਕੇ ਨਾਲ ਚਲੇ ਗਏ ਮਾਈਨਿੰਗ ਬੰਦ ਕਰਾਉਣ, ਉਹਦੇ ਵੀ ਕੇਸ ਦਰਜ ਨੇ, ਹੋਰ ਮਾਮਲਿਆਂ 'ਤੇ ਵੀ ਕੇਸ ਦਰਜ ਨੇ। ਉਹਨਾਂ 'ਚੋਂ ਉਹਨਾਂ ਦੀ ਦਲੇਰੀ ਸੀ, ਲੋਕਾਂ ਨੂੰ ਐਂ ਮਹਿਸੂਸ ਹੁੰਦਾ ਸੀ ਕਿ ਦੇਖੋ ਜੀ ਲੜਨ ਵਾਲੇ ਬੰਦੇ ਨੇ, ਇੱਕ ਟਾਈਪ ਦਾ ਹੀਰੋ, ਉਹ ਪੂਰੇ ਜੁਰਤ ਨਾਲ ਜਾਂਦੇ ਸੀ ਕਿ ਅਸੀਂ ਕਿਸੇ ਤੋਂ ਦਬਦੇ ਨਹੀਂ। ਦੋਵੇਂ ਭਾਈ ਐਮਐਲਏ ਵੀ ਚੁਣੇ ਜਾਂਦੇ ਸੀ, ਤੇ ਐਤਕੀ ਦੋਨੋਂ ਐਮਐਲਏ ਵੀ ਹਾਰ ਗਏ ਜੀ। ਬਿਲਕੁਲ, ਹੌਲੀ ਹੌਲੀ ਸਿਆਸੀ ਤੌਰ 'ਤੇ ਵੀ ਵੀਕ ਹੋ ਗਏ, ਕਮਜ਼ੋਰ ਹੋ ਗਏ। ਤੇ ਜਿਹੜਾ ਇਹ ਮੁੱਦਾ ਹੈ ਪੰਜਾਬ ਦੇ ਵਿੱਚ, ਜਦੋਂ ਕਿਸੇ ਨਾਲ ਇਹ ਚਿਪਕ ਜਾਂਦਾ ਕਿ ਜਬਰ ਜਨਾਹ ਦੇ ਤੁਸੀਂ ਦੋਸ਼ੀ ਹੋ, ਤਾਂ ਮੈਨੂੰ ਲੱਗਦਾ ਉਹਦੀ ਸਿਆਸੀ ਜ਼ਮੀਨ ਖਿਸਕ ਜਾਂਦੀ ਹੈ, ਉਹ ਨਹੀਂ ਰਹਿੰਦੀ। ਕਈਆਂ ਲੀਡਰਾਂ ਦੇ ਨਾਲ ਐ ਤਾਂ ਮਾਫੀ ਮੰਗ ਕੇ ਉਹ ਸਾਰਾ ਕੁਝ, ਉਹ ਤਾਂ ਟੈਕਨੀਕਲੀ ਤਾਂ ਸੁੱਚਾ ਸਿੰਘ ਲੰਗਾਹ ਵੀ ਬਰੀ ਹੋ ਗਿਆ, ਪਰ ਜਦੋਂ ਜਾਂਦਾ ਦੁਬਾਰਾ ਅਕਾਲ ਤਖਤ ਕੋਲ ਅਰਜੀ ਦੇਣ ਤੇ ਸਾਰੀ ਪਬਲਿਕ ਫਿਰ ਖੜੀ ਹੋ ਜਾਂਦੀ ਹੈ ਕਿ ਇਹ ਕੀ ਹੈ ਜੀ, ਫਲਾਨਾ ਜੇ ਉਹ। ਕਿਉਂਕਿ ਲੋਕਾਂ ਦੇ ਇਹ ਮਾਮਲੇ ਨੂੰ ਅਜੇ ਵੀ ਬੜੇ ਗੰਭੀਰਤਾ ਨਾਲ ਲਿਆ ਜਾਂਦਾ। ਇਹਨੇ ਵੀ ਲੋਕਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਟਰਾਈ ਕੀਤੀ ਕਿ ਜ਼ਮਾਨਤ ਮਿਲ ਜੇ, ਤੇ ਉਹ ਜ਼ਮਾਨਤ ਨਹੀਂ ਮਿਲੀ, ਤੇ ਹੁਣ ਫਿਰ ਸਰੈਂਡਰ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ਕਿਸੇ ਵੀ ਰੂਪ 'ਚ। ਇੱਕ ਹੋਰ ਇਹਨਾਂ ਦਾ ਬ੍ਰਦਰ ਹੈ, ਉਹ ਪਹਿਲਾਂ ਫੜਿਆ ਗਿਆ ਜੀ। ਇਹ ਦੋ ਬ੍ਰਦਰ ਜਿੱਤੇ ਆ, 4 ਭਰਾ ਨੇ। ਇੱਕ ਜਿਹੜੇ ਵੱਡਾ ਐਮਐਲਏ ਸੀਗਾ ਉਹ ਤਾਂ ਜੇ ਦਫ਼ਤਰੀ ਬਹਿੰਦਾ ਸੁਣਿਆ, ਤੇ ਇਹਨਾਂ 'ਤੇ ਇਹ ਕੇਸ ਹੈ। ਹੁਣ ਇਸ ਕੇਸ 'ਚੋਂ ਜਿੰਨਾ ਚਿਰ ਉਹ ਬਰੀ ਹੋ ਕੇ ਨਹੀਂ ਨਿਕਲਦੇ ਜਾਂ ਸਾਹਮਣੇ ਨਹੀਂ ਆਉਂਦੇ, ਉਹਨਾਂ ਚਿਰ ਤਾਂ ਉਹ ਲੱਗਿਆ ਹੋਇਆ ਬਿੱਲਾ ਹੈ ਹੀ ਹੈ। ਉਹਨਾਂ ਚਿਰ ਉਹ ਸਾਹਮਣੇ, ਮਤਲਬ ਜਿੰਨਾ ਚਿਰ ਕੇਸ ਵੀ ਚੱਲਦਾ ਰਹੂ, ਕਦੇ ਜ਼ਮਾਨਤ ਵੀ ਹੋ ਜਾਂਦੀ ਹੈ, ਤਾਂ ਉਹ ਜਿਹੜਾ ਇੱਕ ਬਲੇਮ ਲੱਗ ਜਾਂਦਾ, ਉਹਨਾਂ ਦੀ ਪੋਲੀਟੀਕਲ ਜਿਹੜੀ ਸੇ ਹੁੰਦੀ ਹੈ, ਦਿੱਖ ਹੁੰਦੀ ਹੈ, ਜਾਂ ਸਿਆਸੀ ਤੌਰ ਦੇ ਉੱਤੇ ਜੋ ਭਵਿੱਖ ਹੁੰਦਾ, ਉੱਥੇ ਜ਼ਰੂਰ ਸਵਾਲੀਆ ਨਿਸ਼ਾਨ ਲੱਗ ਚੁੱਕੇ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।